ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੇ ਕੁਝ ਲੈਕਚਰਾਂ ਤੋਂ ਡਿਫਰੈਂਸ਼ੀਅਲ ਇਕੁਏਸ਼ਨ ਦਾ ਫਸਟ ਚੈਪਟਰ ਸ਼ੁਰੂ ਕੀਤਾ ਹੋਇਆ ਹੈ ਤੇ ਲਾਸਟ ਲੈਕਚਰ 'ਚ ਆਪਾਂ ਨੇ ਉਹਦੀ ਹੋਮੋਜੀਨਸ ਟਾਈਪ ਪੜ੍ਹੀ ਸੀਗੀ। ਹੋਮੋਜੀਨਸ ਟਾਈਪ ਦੇ ਉੱਪਰ ਬੇਸਡ ਇੱਕ ਨੂਮੈਰੀਕਲ ਕਰਵਾਉਣਾ ਹੈ। ਬੱਚੇ ਪ੍ਰੋਬਲਮ ਵੀ ਹੈਗੀ ਹੈ, ਪਰ ਇਹ ਪ੍ਰੋਬਲਮ ਮੈਨੂੰ ਇਦਾਂ ਸੀ ਮੈਂ ਲੈਕਚਰ 'ਚ ਸਮਝਾਵਾਂ ਕਿਉਂਕਿ ਇਹ ਪ੍ਰੋਬਲਮ ਦੇ ਵਿੱਚ ਕਾਫੀ ਪਿਛਲੀ ਕਲਾਸ ਦੇ ਕਨਸੈਪਟ ਆਉਣਗੇ ਜੀ। ਇਸ ਅੱਗੇ ਪ੍ਰੋਬਲਮ ਧਿਆਨ ਨਾਲ ਦੇਖ ਲਿਓ ਤੇ ਜੋ ਕਨਸੈਪਟ ਆਉਣਗੇ ਉਹ ਧਿਆਨ ਰੱਖਣੇ ਨੇ, ਅੱਗੇ ਤੋਂ ਉਹ ਯੂਜ਼ ਕਿਵੇਂ ਕਰਨੇ ਨੇ ਉਹ ਹੁਣ ਸਮਝ ਲਿਓ। ਉਹਦੇ ਵਿੱਚ ਜੀ ਇਹ ਕਨਸੈਪਟ ਅੱਗੇ ਕਾਫੀ ਆਉਣਗੇ ਜੀ। ਉਹ ਨੂਮੈਰੀਕਲ ਸੀਗਾ dy by dx equals to x cube plus 3x square y upon x cube plus 3xy square। ਇਹ ਹੋਮੋਜੀਨਸ ਟਾਈਪ ਆ। ਹੋਮੋਜੀਨਸ ਟਾਈਪ ਚ ਕੀ ਸੀਗਾ ਜੀ, ਉੱਪਰ ਪਾਵਰ ਅਲੱਗ ਸੇਮ ਹੋਵੇ, ਕੱਲੀ ਕੱਲੀ ਆ 3 ਆ ਵੀ 3 ਆ, ਨੀਚੇ ਪਾਵਰ ਅਲੱਗ ਸੇਮ ਹੋਵੇ ਤੇ ਆਪਸ ਚ ਵੀ ਪਾਵਰ ਸੇਮ ਹੋਵੇ ਜੀ। ਇਹ ਚ ਪੁੱਟ ਕਰਾਂਗੇ ਆਪਾਂ, ਪੁੱਟ y equals to vx, ਇਹ ਪੁੱਟ ਕੀਤਾ ਆਪਾਂ ਨੇ। therefore ਇਥੋਂ ਡੈਰੀਵੇਟਿਵ ਕੀਤਾ, dy by dx ਆ ਗਿਆ v ਪਲਸ ਇਹ ਸਾਰਾ ਉਵੇਂ ਹੀ ਹੈ ਜੀ, ਇਹ ਤੇ ਆਉਂਦਾ ਹੀ ਹੋਊਗਾ, ਪਹਿਲਾਂ ਕੀਤਾ ਹੋਇਆ ਸਾਰਾ ਤਾਂ ਮੈਂ ਜਸਟ ਸੋਲਵ ਕਰ ਰਿਹਾ ਹੈਗਾ। ਇਹ 1 ਚ ਪੁੱਟ ਕੀਤਾ v plus x dv upon dx x cube 3x square y ਦੀ ਵੈਲਿਊ ਭਰਤੀ ਆਪਾਂ vx, ਇਹਦੇ ਚ x cube 3x ਇਹ ਚ ਵੈਲਿਊ ਭਰਤੀ ਆਪਾਂ ਨੇ vx square, ਇਹ ਵੈਲਿਊ ਵਿੱਚ ਪੁੱਟ ਕਰਤੀ ਆਪਾਂ ਨੇ। ਇਸ ਤੋਂ ਬਾਅਦ ਇਹ ਚੋਂ ਕੈਂਸਲ ਹੋ ਜਾਏਗਾ x, 1 plus 3v upon 1 plus 3v square, v ਲੈ ਗਏ ਆਪਾਂ ਦੂਜੇ ਪਾਸੇ x dv by dx, ਇਹ ਆ ਗਿਆ। ਇਸ ਤੋਂ ਬਾਅਦ ਇਹਦੇ ਐਲਸੀਐਮ ਲੈ ਲਿਆ, 1 plus 3v minus v minus 3v square upon 1 plus 3v square, 3v cube ਆਏਗਾ ਸੌਰੀ, ਤਾਂ ਇਹ ਬਣ ਗਿਆ ਆਪਣਾ 1 plus 2v 3v cube 1 plus 3v square। ਫਿਰ ਵੇਰੀਏਬਲ ਸੈਪਰੇਟ ਕਰ ਲਵਾਂਗੇ, dv upon dv ਚਲੋ ਬਾਅਦ ਚੋਂ ਪਾਉਣੇ, 1 plus 3v square upon 1 plus 2v 3v cube dv, ਇਹ ਬਣ ਗਿਆ dx upon x। ਇਸ ਤੋਂ ਬਾਅਦ ਇੰਟੀਗ੍ਰੇਟ ਬੋਥ ਸਾਈਡ ਕੀਤਾ ਆਪਾਂ ਨੇ, ਇੰਟੀਗ੍ਰੇਟ ਬੋਥ ਸਾਈਡ, ਇਹ ਆ ਗਿਆ therefore integration 1 plus 3v square upon 1 plus 2v minus 3v cube dv is equals to dx upon x। ਹੁਣ ਇਹ ਇੰਟੀਗ੍ਰੇਸ਼ਨ ਥੋੜੀ ਸਮਝਾਉਣੀ ਸੀ ਜੀ ਕਿ ਇੰਟੀਗ੍ਰੇਸ਼ਨ ਕਿਵੇਂ ਕਰਨੀ ਹੈਗੀ, ਹੈ ਛੋਟੀ ਵੈਸੇ ਹੈ, +2 ਵਾਲਾ ਕੁਐਸਚਨ ਹੀ ਹੈ ਵੈਸੇ, ਤੁਹਾਨੂੰ ਦੱਸਣਾ ਸੀ ਦੁਬਾਰਾ। ਚਲੋ ਇਹ ਤਾਂ ਬਣ ਜਾਏਗਾ log of mod, ਇਥੇ ਮੋਡ ਪਾਉਣਾ ਬਹੁਤ ਜ਼ਰੂਰੀ ਹੈ ਜੀ log ਦੇ ਵਿੱਚ, ਬਿਕੋਜ਼ log ਨੈਗੇਟਿਵ ਵਾਸਤੇ ਡਿਫਾਈਨ ਨਹੀਂ ਹੁੰਦਾ। ਇਹ ਦੇਖੋ ਧਿਆਨ ਨਾਲ, ਇਹਦੇ ਪਹਿਲਾਂ ਨੀਚੇ ਫੈਕਟਰ ਬਣਾਉਣੇ ਆ ਇਸ ਚੀਜ਼ ਦੇ, ਇਹਦੇ ਫੈਕਟਰ ਕਿੱਦਾਂ ਬਣਾਉਣੇ ਹੈਗੇ ਆ, ਇਹ ਵੈਸੇ 9th ਕਲਾਸ 10th ਕਲਾਸ ਦਾ ਕੰਮ ਹੀ ਹੈ, ਪਰ ਦੱਸਣਾ ਦੁਬਾਰਾ। ਇਹਦੇ ਫੈਕਟਰ ਬਣਾਉਣ ਵਾਸਤੇ ਹਿੱਟ ਐਂਡ ਟਰਾਇਲ ਮੈਥਡ ਯੂਜ਼ ਕਰਾਂਗੇ, ਉਹੀ ਮੈਥਡ ਦੱਸਣਾ ਸੀ, ਇਹਦੇ ਵਾਸਤੇ ਇਹ ਕੁਐਸਚਨ ਦੁਬਾਰਾ ਕਰਵਾਇਆ ਇੱਥੇ ਕਿ ਤੁਸੀਂ ਕਰਨਾ ਕੀ ਹੁੰਦਾ ਕਿ ਇਹਦੇ ਫੈਕਟਰ ਬਣਾਉਣੇ ਆ ਆਪਾਂ ਨੇ, ਤਾਂ ਉਹਦੇ ਵਾਸਤੇ ਕਰਨਾ ਕੀ ਆ, ਇਹ ਰਫ ਵਰਕ, ਇੱਕ ਵੈਲਿਊ ਭਰਨੀ ਆ ਇਹਦੇ ਵਿੱਚ ਜਿਹਨੂੰ ਭਰ ਕੇ ਇਹ ਟਰਮ 0 ਬਣ ਜਾਏ ਹਿੱਟ ਐਂਡ ਟਰਾਇਲ ਨਾਲ। ਹਿੱਟ ਐਂਡ ਟਰਾਇਲ ਦਾ ਤੁੱਕਾ ਮੈਥਡ, ਤੁੱਕੇ ਨਾਲ ਭਰਨੀ ਹੈ ਵੈਲਿਊ ਆਪਾਂ। ਤੁੱਕੇ ਨਾਲ ਕਿਵੇਂ, ਇਹ 0 ਭਰਿਆ ਆਪਾਂ ਨੇ, 0 ਭਰਿਆ 1 plus 0 minus 0, ਇਹ 0 ਨਹੀਂ ਆ ਰਿਹਾ, ਵੈਲਿਊ ਇਦਾਂ ਭਰਨੀ ਹੈ ਕਿ ਇਹ 0 ਬਣ ਜਾਏ।
तो 1 भरांगे, 1 भरिया ये 2 बन जाएगा, ये 3 बन जाएगा, 0 आ जाएगा। तो जिहड़ा v इक्वल टू 1 हैगा, जिहड़ी वैल्यू भर के ये 0 बन जाए जी। तो फैक्टर किद्दां बनाना है, जिहड़ी वैल्यू भर के 0 बन जाए तुसीं ये वैल्यू चक के एक पासे ले आउणी है। 1 भर के 0 होया ना, 1 भर के 0 बने, तो 1 चक के एक पासे ले आउणा, v-1 फैक्टर हो गया। तो असीं करना की हैगा कि यह फैक्टर दे नाल, ये भी रफ वर्क ही है जी, यह फैक्टर दे नाल आपां इसनूं डिवाइड करना। मतलब पहला आप आ रहा है मैं 3v³ प्लस 2v प्लस 1, ये सारा 9th क्लास का काम है। ये फैक्टर डिवाइड करना, डिवाइड तो उवें है जिन्होंने पहला -3v² किया, ये आ गया -3v³ प्लस 3v²। ये साइन चेंज करांगे जी, ये कट गया, ये प्लस माइनस नहीं होणगे, तो ये 3v² आप इदां ही पा लिया, 2v प्लस 1 भी इदां ही आ गया। फिर इनू किता आपां ने -3v नाल, -3v² प्लस 3v प्लस 1, ये कट गया, ये आ गया -v, इत्थे नहीं आना सर, ये आ गया -v प्लस 1। इनू फिर -1 नाल मल्टीप्लाई किया, -v प्लस 1, अखीर दे विच यह सारा जे सही किया तो 0 बचेगा अखीर च। दूजा एक फॉर्मूला होर हुंदा, इहदे नाल दा फॉर्मूला पहले भी आया सी आपां जिथे इंटीग्रेशन ज आपां डिवीजन करी सी। वैसे इहनूं किहा सी ये डिविडेंड हुंदा हैगा, ये डिवाइजर हुंदा, ये कोशेंट हुंदा, ये रिमाइंडर हुंदा। तो एक फॉर्मूला होर हुंदा हैगा जो डिविडेंड हुंदा हैगा, यह डिवाइजर इंटू कोशेंट प्लस रिमाइंडर हुंदा। डिविडेंड इज इक्वल्स टू डिवाइजर इंटू कोशेंट प्लस रिमाइंडर। तो इस तो बाद लिख रहा मैं, इस तो बाद की कंटिन्यू करांगे, दिस इंप्लाइज इंटीग्रेशन फिर आप तो लोड नहीं, हाँ जी लोड पऊगी सच जी। आ डिविडेंड आ, तो डिविडेंड नूं आपां लिखांगे डिवाइजर इंटू कोशेंट प्लस रिमाइंडर लोड नहीं पाउंदी, dv इक्वल टू log mod x। ये फैक्टर इदां बनाने हैं बाय यूजिंग इट, मे बी 9th क्लास आंदा फार्मूला जी। ये अगे ध्यान रखना कि आपां जे वड्डी पावर होए क्यूब उन्होंने छोटी च कन्वर्ट करना, उहदे वास्ते फैक्टर बनावांगे। फैक्टर बनाउण वास्ते आपां हिट एंड ट्रायल मैथड यूज करांगे जी। ये अगे भी डिफरेंशियल च काफी बारी कंसैप्ट आऊगा जी, ये तां ही करके कंसैप्ट दस्सिया हैगा जी। जिउं-जिउं आपां अगे जावां फिर करांगे आपां कि डिवीजन भी आपां सौखी कर सकते हैं। ये डिवीजन बहुत लंबी चलेगी ना, तो हजे मैथड नहीं करवा रहा हैगा। जिवें आपां अगे क्वेश्चन करांगे अगे मैथड आऊगा आपां नूं कि डिवीजन भी आपां छोटी कर सकते हैं। वो वैसे अलजैबरे बुक च आऊगा, जिहड़ी 3rd बुक करनी है उसी। बाकी तो सारा काम उही है जी, मैं सॉल्व कर लेना। चलो बाकी उदियां आपां पार्शियल फ्रैक्शन लगावांगे, कल्ला कल्ला करांगे, बाकी सारा काम उही है जी। थोड़ा मैं क्वेश्चन फटाफट कर रहा जी। ये चो माइनस काट लो बाहर, पहला ऊपर ले चाहे माइनस चक के, यही आ गया log mod cos x। रिजॉल्व इनटू पार्शियल फ्रैक्शन, रिजॉल्व इनटू पार्शियल फ्रैक्शन, ये रिजॉल्व किया अपन, मतलब -1 -3v² अपॉन v-1 3v प्लस 1 इक्वल टू a अपॉन v-1 bv प्लस c अपॉन 3v² 3 प्लस 1। एक छोटा कंसैप्ट ये आ रहा हैगा, ये तो अलग आ,
कई बच्चों ने क्वेश्चन सॉल्व किए होने पर लंबा मैथड यूज किया है जी। लंबा मैथड किवें, जिवें मान लो आप इनू v-1 v-2 v-3 इनू रिजोल्व करते हैं आप तो a/v-1 आ गया, b/v-2 आ गया, c/v-3 आ गया। लंबा तरीका की यूज किया है बच्चों ने, उन्होंने पहले एलसीएम लिया सारा, जिवें 1 = a × v-2 v-3 एलसीएम का आप लेना ही है। b आ गया v-1 v-3, c आ गया v-1 v-2। लंबा तरीका किया है उन्होंने, ये अगे कंपेयरिंग की हुई है। कंपेयरिंग ना की होगा, 3 इक्वेशन बन गई ए बी सी, थोड़ा लंबा हो जाएगा और वैसे मैथड तो भी सही है, पर जिथे अपने को लीनियर वर्ड आप पहला भी यूज किया, लीनियर होंगे x की पावर हाईएस्ट पावर 1 होवे, जिथे लीनियर फैक्टर होवे अपने को उत्थे कंपेयरिंग ना करो, डायरैक्ट वैल्यू भरो। डायरैक्ट वैल्यू मतलब इन्हों 0 भर लो रफ च नीचे वाले वैल्यू कितनी होगी 0 भर के, मतलब v-1 0 भरिया तो v1 है रफ च कर लो। तुसीं इहदे च v1 भर दो, v1 भरोगे सीधा a निकल जाऊगा डायरैक्ट, v2 भरोगे सीधा b निकल जाएगा ए च भर के। जिहदे नीचे वाला आप 0 पुट करांगे उहदी उपर वाली वैल्यू आ जाएगी, v1 भर के a निकल जाएगा डायरैक्ट, 2 भर के b निकल जाएगा, 3 भर के c निकल जाएगा, सौखा हो जाएगा। कंपेयरिंग कदों करनी होती है आपां ने, जदों अपने कोल लीनियर फैक्टर ना होवे, ये लीनियर फैक्टर नहीं हैगा तो ये उपरले दोने आपां बाय कंपेयरिंग करांगे, b ते c आपां कंपेयरिंग फाइंड करांगे, v नूं 1 भरांगे a निकल जाएगा। आपां करदे हां हुणी b ते c नूं आपां बाय कंपेयरिंग करांगे जी। चलो करदे हां आपां, ये सारियां गल्लां ध्यान रखणियां ने जी, ते बिना प्रैक्टिस तो यह गल्लां याद नहीं होणगियां। देखो मैं v नूं 1 भर रहा, पुट v = 1, ये v1 पर कितना आ जाएगा -4, इत्थे a कितना आ जाएगा 1 पर 7 आ 0 हो गया। देखो v1 पर 0 हो जाएगा तो सीधा इस केस दे विच a आ जाएगा। हुण ये लीनियर फैक्टर है, वैल्यू नहीं भरनी हैगी, फिर ये दो कंपेयरिंग निकल, कंपेयरिंग करांगे आपां। हुण कंपेयरिंग करनी किवें, देखो बिना ये मल्टीप्लाई करना नहीं है, बिना मल्टीप्लाई कितने कंपेयरिंग करांगे आपां, ओह ये तरीके ध्यान रखने ने। बिना मल्टीप्लाई कितने कंपेयरिंग किवें कर रहे हैं जी। पहला आपां जिहड़ी एक तां कोफिशिएंट ऑफ हाईएस्ट पावर कंपेयर कर लो, एक तो ये सौखी कंपेयर हो जाती है हाईएस्ट पावर। देखो मल्टीप्लाई करने की लोड़ नहीं हैगी, सीधा आऊगा किवें, उहदे हाईएस्ट पावर स्केयर है, सारे स्केयर का कोफिशिएंट कंपेयर किया इदां पाना होंदा, कोफिशिएंट ऑफ 20 का कंपेयर कर रहे हैं, ओहदा आंसर सामने पा रहे हैं आप, सच दैट कह लो चाहे कॉलन कह लो, कॉलन या सच दैट। उहदे कितना इधर कोफिशिएंट -3, इधर कोफिशिएंट 20 कितना की आऊगा 3 है। देखो लोड नहीं मल्टीप्लाई करा दी, यह इन्ना मल्टीप्लाई होगा, दिमाग सोचना आपने, फिर सीधा आ जाऊगा ये कितना होगा b। हुण a आपां कढ चुके हैं, ए च भर के b निकल जाएगा, दिस इंप्लाइज b आ जाएगा -3 प्लस 12/7 -9/7, ये b आ जाएगा -9/7। उस तो बाद एक तो हाईएस्ट पावर कंपेयर कर लिया करो, एक कांस्टेंट टर्म सीधी कंपेयर कर सकते हैं आप, कांस्टेंट टर्म और ये कांस्टेंट कितनी है -1, इत्थे कांस्टेंट टर्म a बनेगी, इत्थे कांस्टेंट टर्म सीधी बनेगी कली -c, ये दो सौखियां हो जांदियां ने। तो इत्थों फिर c कढ लवांगे, c आऊगा a + 1 -4/7 + 1 3/7, ये आ जाएगा जी। हुण a b c निकल गए जी। अगे इस तो बाद ये च भर रहे हैं वैल्यू, देयरफॉर इंटीग्रेशन बन गई a/,
ए कितना सी -4/7 अपॉन v -1 प्लस b -9/7 v प्लस 3/7 अपॉन 3v², 3v plus 1 dv equals to log mod x। बाकी ये काम सिंपल ही है। इस तो बाद बन जाएगा -4/7 log इत्थे mod पाना जी। ये टाइप थोड़ी +2 वाली आ गई जी। +2 वाली मतलब कि पहले इहदा नीचे डेरिवेटिव उपर बनाना होंदा, फिर अलग अलग करके जिवें बना के दिखा रहे हैं। ये चों -3/7 बाहर कढ़ लिया, ये बनेगा 3v -3 अपॉन 3v², 3v plus 1 dv। इधर log c आप बाद चो पावांगे, सारी इंटीग्रेशन सॉल्व होगी। ये डेरिवेटिव कर लो रफ च कितना होगा 6v + 3, ये ऊपर बनाना 6v कितना बनाना है जी 2 ना मल्टीप्लाई 2 ना डिवाइड 14 आ जाएगा। अगे फिर +3 कर देंगे -3 कर लेंगे, अगे कर लवांगे आप 6v + 3 करता जी, ये अलग कर लिया। अगे -9 बन जाएगा ना, -9 होगा तो ही -6 आऊगा। फिर -9 में लिख लिया आप 27/40 डेरिवेटिव। ठीक है, 9 अब बाहर कर लिया जी, -9 से प्लस हो जाएगा। ये लॉग बन जाएगा दोबारा, ये चो 3 बाहर निकल के परफेक्ट स्केयर या कंप्लीट स्केयर लगा के फिर दोबारा फॉर्मूला बन जाएगा। इस अगे आप ही कंटिन्यू कर लियो जी। बस ये कंसैप्ट समझाने से कि इहदे विच एक फास्ट फ्रैक्शन किवें लानी हुंदी हैगी आ, एक आपां क्यूबिक दे फैक्टर किद्दां बनाने हुंदे ने वो दसना सीगा। बाकी तुसीं आप अगे कंटिन्यू कर लियो जी। अगे नैक्सट टॉपिक शुरू कर रहे हैं आपां। जो टाइप आपां करनी हैगी आ मे बी ये +2 च नहीं हैगी सी, बाकी तुसीं चैक कर लियो कि +2 च है सी कि नहीं है सी। ये हैगी आ रिड्यूसिबल टू होमोजेनियस, रिड्यूसिबल टू होमोजेनियस इक्वेशन। ये करना आप रिड्यूसिबल टू होमोजेनियस इक्वेशन, ये टाइप करनी है। ये विच अगे फर्दर 2 टाइप्स ने। पहली गल ये इक्वेशन किदां दी होगी, dy/dx इक्वल्स टू a1x या ax प्लस bx प्लस c अपॉन a1 ही पाड़ो a1 b1 c1 a2x b2x प्लस c2। ये इस फॉर्म की इक्वेशन होएगी। सॉरी गलती हो गई, इत्थे b1y आऊगा जी, इत्थे भी y आऊगा। मतलब कि x की पावर 1 होएगी, स्केयर नहीं होगा इस टाइप दे विच। x की पावर 1 होएगी, y की पावर 1 होएगी, कांस्टेंट होगा। ये होवे चाहे ना मैटर नहीं करता। उरे भी x की पावर 1 y की पावर 1 ते कांस्टेंट, जिवें आह x अपॉन x प्लस y x -1 ला लो। यह टाइप आ वाली है। यह टाइप क्यों हैगी, बिकॉज ये लिख सकते हैं कि आप 1x 0y -1 जाए पालो प्लस -1, ये लिख सकते हैं 1x 1y 0। इस फॉर्म च आ गई। a1 1 b1 1 c1 1 a2 1 b2 1 c2 0। इस टाइप की फॉर्म, इस टाइप की फॉर्म ਇਹਦੇ ਵਿੱਚ कवर होणगी। एक्स स्क्वायर प्लस एक्स स्क्वायर प्लस वाई, ये टाइप ਇਹਦੇ ਵਿੱਚ नहीं कवर होएगी। टाइपां भी ध्यान रखनी आपां ने, क्योंकि
ਆਪਾਂ ਇਹ ਵੀ ਡਿਸਾਈਡ ਕਰਨਾ ਹੁੰਦਾ, पता ना आप इस टाइप के क्वेश्चन कर रहे हैं इस एक्सरसाइज अगे ये टाइप भी आप डिसाइड पेपर 'ਚ ਆਪਾਂ ਆਪ डिसाइड करनी ਹੁੰਦੀ किस टाइप का क्वेश्चन है किवें करना। तो ये टाइप की पहचान इदां होगी, उपर नीचे एक्स वाई की पावर 1 होगी जे हैगी है, जे हैगी है मतलब मैं इदां कह रहा, जे नहीं हैगी तो बना सकते हैं, कोई प्रॉब्लम नहीं हैगी। मतलब जे वाई एक्स से वाई की पावर 1 कह रहे हैं आप, जे एक्स की पावर 1 हैगी आ ठीक है, जे वाई की पावर 1 नहीं हैगी तो बना सकते हैं, पर स्केयर ना होवे वो खत्म नहीं कर सकते। तो इस टाइप के जो फॉर्म होणगे ये रिड्यूसिबल होमोजेनस कवर होणगे जी। ਇਹਦੀਆਂ ਅੱਗੇ ਫਰਦਰ ਦੋ ਟਾਈਪਸ ਨੇ, ਦੋ ਟਾਈਪਸ ਕਿਹੜੀਆਂ ਨੇ, ਦੋ ਕੇਸ ਨੇ ਇਹਦੇ ਵਿੱਚ ਕੇਸ ਪਹਿਲਾ ਜਾਂ ਟਾਈਪ ਪਹਿਲੀ, ਇਹਦੇ ਵਿੱਚ ਫਰਦਰ ਦੋ ਟਾਈਪਸ ਨੇ, ਸਬ ਟਾਈਪ ਕਹ ਲਓ, ਸਬ ਟਾਈਪ ਪਹਿਲੀ ਆ, ਸਬ ਹੈਗੀ ਆ ਕਿ ਇਹ ਟਾਈਪ 'ਚ ਅੱਗੇ ਟਾਈਪ ਆ ਗਈ ਤਾਂ ਸਬ ਵਰਡ ਪਾਇਆ, ਸਬ ਟਾਈਪ ਦੂਜੀ। सब टाइप पहली केड़ी हैगी आ कि जे A1 अपॉन A2 इज इक्वल टू B1 अपॉन B2, जे इस फॉर्म च ये बराबर आ जान फिर की है, फिर जिहड़ी आ रिड्यूसिबल टू होमोजेनस हैगी आ, ये रिड्यूसिबल टू वेरिएबल सैपरेबल इहदे च कन्वर्ट हो जाएगी। फिर रिड्यूसिबल टू वेरिएबल सैपरेबल ध्यान दे विच होवे कि सीधे वेरिएबल सैपरेट नहीं होणगे जी, पुटिंग करके वेरिएबल सैपरेट करते हुंदे आपां। जे हुण क्वेश्चन करांगे आपां इस टाइप दे विच जिहड़ी इह हैगी आ, जो ये दोने बराबर आ गए A1 अपॉन A2 B1 अपॉन B2 इक्वल आ गए, तो रिड्यूसिबल टू वेरिएबल सैपरेबल च कन्वर्ट हो जाएगी आ वाली टाइप, ये आपां नूं सॉल्व करनी आउंदी है। हुण टाइप सैकेंड की हैगी आ, जदों A1 अपॉन A2 नॉट इक्वल टू B1 अपॉन B2, तो इस केस की करना आपने, इस केस दे विच है फिलहाल स्टैप लिख लो, बाई क्वेश्चन करांगे आपां, तुहानूं लग जू स्टैप किवें ने। इहदे विच की करना होगा, जिहड़ा एक्स हैगा स्मॉल एक्स हैगा उहनूं कैपिटल एक्स प्लस एच लिखांगे, पुट करांगे, बाकी न्यूमेरिकल करांगे वे समझा रहे, फिलहाल स्टैप नोट कर लियो। वाई नूं वाई प्लस के लिखांगे आपां, ये करके उस तो बाद कांस्टेंट टर्म्स 0 के बराबर करांगे, ये करके फिर फाइंड करांगे आपां एच एंड के, फिर एच ते के फाइंड करांगे। फिलहाल देखिए सारा समझ आ जाएगा, बाद जो आपां टाइप करांगे, जदों आपां टाइप करांगे उदों समझ आ जाएगा जी। उस तो बाद देन इट विल रिड्यूस टू होमोजीनियस इक्वेशन, फिर यह होमोजेनियस इक्वेशन दे विच रिड्यूस हो जाएगी। उस तो बाद ये किवें होएगी, तां इहनूं रिड्यूसिबल टू होमोजेनियस कहने आपां। जिहड़ी सब टाइप पहली हैगी रिड्यूसिबल टू वेरिएबल सैपरेबल होएगी, फिर आ होएगी। पहला यह टाइप का क्वेश्चन करवा रहे हैं, टाइप सैकेंड का, ये तो सौखा है, पहला किया है, पहला ये टाइप का क्वेश्चन कर जिहदे विच A1 अपॉन A2 नॉट इक्वल टू B1 अपॉन B2 हो, वो करते हैं आपां क्वेश्चन। जो क्वेश्चन करते हैं थोड़ी बुक का सैकेंड क्वेश्चन है जी, एक्स प्लस 2y माइनस 3 dx इक्वल्स टू 2x प्लस y dy। तो ध्यान दो, ਇਹਦੇ ਵਿੱਚ ਪਹਿਲਾਂ ਆਪਾਂ ਉਵੇਂ dy by dx ਕੱਢਾਂਗੇ ਜੀ, ਇਹ ਟਰਮ ਉਧਰ ਲੈ ਗਏ ਜੀ, ਇਹ ਆ ਗਿਆ x plus 2y minus 3 upon 2x plus y minus 3, ਇਹ ਆ।
ਉਵੇਂ ਇਹਦੇ ਚ A1 upon A2 B1 upon B2 C1 upon A1 upon A2 ਤੇ B1 upon B2 ਚੈੱਕ ਕਰਨਾ। ਇੱਕ ਤਾਂ ਗੱਲ ਇਹ ਕੰਪੇਅਰਿੰਗ ਕਰ ਲਓ ਕਿ ਇਹ A1 1 ਆਊਗਾ B1 2 ਆਊਗਾ C1 3 ਆਊਗਾ, ਪਰ ਇਹ ਛੋਟੀ ਕਲਾਸ ਦੇ ਕਨਸੈਪਟ ਨੇ, ਇਸ ਵਾਰ ਸਿੱਧਾ ਲਿਖ ਸਕਦੇ ਹਾਂ ਆਪਾਂ ਕਿ ਹੇਅਰ A1 upon A2 not equal to B1, ਹਾਫ ਤੇ 2 ਬਰਾਬਰ ਨਹੀਂ ਹੁੰਦੇ। ਤਾਂ ਇਹ ਟਾਈਪ ਸੈਕਿੰਡ ਸਬ ਟਾਈਪ ਸੈਕਿੰਡ ਦੇ ਵਿੱਚ ਕਵਰ ਹੋਊਗਾ। ਇਹ ਚ ਕੀ ਕਰਨ ਵਾਸਤੇ ਕਿਹਾ ਸੀ, ਪੁੱਟ ਕਰਾਂਗੇ x ਨੂੰ ਕੈਪੀਟਲ X plus H ਅਤੇ y ਨੂੰ ਪੁੱਟ ਕਰਾਂਗੇ ਸਮਾਲ y ਨੂੰ ਪੁੱਟ ਕਰਾਂਗੇ ਕੈਪੀਟਲ Y plus K। ਕਾ ਲਿਖਿਆ ਸੀ ਆਪਣੇ। ਇਸ ਤੋਂ ਬਾਅਦ ਇਹ ਤੋਂ ਬਾਅਦ ਆਪਾਂ ਇੱਕ ਲਾਈਨ ਛੱਡ ਰਹੇ ਹਾਂ ਜੀ, ਉਹ ਕਿਉਂ ਛੱਡ ਰਹੇ ਹਾਂ ਤੁਸੀਂ ਵੀ ਛੱਡ ਲਿਓ। ਉਸ ਤੋਂ ਬਾਅਦ ਜੋ ਆਪਾਂ ਲਿਖਾਂਗੇ, ਲਿਖਣ ਤੋਂ ਬਾਅਦ ਇਹ ਵੈਲਿਊ ਭਰਨੀ ਹੈ ਕਿ ਇਹ ਚ ਵੈਲਿਊ ਭਰੀ, ਇਹ ਆ ਗਿਆ x plus H 2y plus K minus 3 upon x plus H 2 y plus K minus 3 ਆ ਗਏ। ਹੁਣ ਇਹ ਤਾਂ ਕੈਪੀਟਲ X Y ਚ ਕਨਵਰਟ ਕਰ ਲਿਆ, ਇੱਧਰ ਆਪਾਂ ਪਾ ਰਹੇ ਹਾਂ ਸਮਾਲ x y, ਤਾਂ ਗਲਤ ਹੋ ਜਾਏਗਾ। ਜੇ ਕੈਪੀਟਲ X Y ਚ ਰੱਖਿਆ ਤਾਂ ਇਹਨੂੰ ਵੀ ਕੈਪੀਟਲ X Y ਚ ਕਨਵਰਟ ਕਰਨਾ। ਇਹ ਤਾਂ ਹੀ ਲਾਈਨ ਛੁਡਵਾਈ ਸੀਗੀ। ਇਹਦੇ ਡੈਰੀਵੇਟਿਵ ਕਰ ਲਓ, dx ਇਕੁਅਲ ਟੂ ਕੈਪੀਟਲ dx h 0 ਹੋ ਜਾਏਗਾ ਤੇ dy ਇਕੁਅਲ ਟੂ ਕੈਪੀਟਲ dy, therefore small dy upon dx ਆਊਗਾ ਕੈਪੀਟਲ dy ਬਟਾ ਕੈਪੀਟਲ dx। ਤਾਂ ਇਹਦੇ ਵਿੱਚ ਵੀ ਆਪਾਂ ਫਿਰ ਹੁਣ ਇਹ ਸਮਾਲ ਤੇ ਕੈਪੀਟਲ ਲੈਟਰ 'ਚ ਫਰਕ ਧਿਆਨ ਰੱਖਣਾ ਹੈਗਾ। ਇਹ ਆਪਣਾ ਆ ਗਿਆ ਜੀ, therefore dy by dx equals to, ਜੇ ਅੱਗੇ ਸੋਲਵ ਕਰਨਾ ਜੀ, ਇਹ ਚੋਂ ਆਪਾਂ ਨੇ ਵੇਰੀਏਬਲ ਅਲੱਗ ਕਰ ਲਓ, ਵੇਰੀਏਬਲ x y ਅਲੱਗ ਕਰ ਲਿਆ ਅਤੇ ਕਾਂਸਟੈਂਟ ਅਲੱਗ ਕਰ ਲਓ। ਇਹ ਆ ਗਿਆ। ਅੱਗੇ ਲਿਖਿਆ ਸੀਗਾ ਕਿ ਜੋ ਕਾਂਸਟੈਂਟ ਆ ਮੈਨੂੰ 0 ਪੁੱਟ ਕਰ ਲੈਣਾ, ਮਤਲਬ ਪੁੱਟ ਕੀਤਾ ਆਪਾਂ ਨੇ ਜੋ ਟਰਮ ਕਾਂਸਟੈਂਟ ਹੈਗੀ ਆ ਇਹਨੂੰ ਆਪਾਂ ਨੇ 0 ਪੁੱਟ ਕਰਨਾ। ਇਹ ਚੋਂ HK ਫਾਈਂਡ ਕਰਨਾ। ਹੁਣ HK ਫਾਈਂਡ ਕਿਵੇਂ ਕਰਨਾ ਹੈਗਾ, ਉਹ ਕ੍ਰਾਸ ਮਲਟੀਪਲੀਕੇਸ਼ਨ ਮੈਥਡ ਲਾ ਰਹੇ ਜੀ। ਉਹ ਕਿਵੇਂ ਹੁੰਦਾ ਜੀ, H ਅਪੋਨ ਲਾਣਾ ਹੁੰਦਾ, ਫਿਰ K ਅਪੋਨ ਮਾਈਨਸ ਪਾਇਆ ਸੀਗਾ ਇੱਥੇ। ਇਹ ਕਿਹਾ ਸੀ ਜੀ ਇਕੁਅਲ ਟੂ 0 ਪਿਆ ਹੋਵੇ, ਮਤਲਬ ਕਾਂਸਟੈਂਟ ਟਰਮ ਇੱਧਰ ਪਈਆਂ, ਹੁਣ ਇਕੁਅਲ ਟੂ 0 ਹੋਵੇ, ਇਕੁਅਲ ਟੂ 0 ਤਾਂ ਆਊਗਾ ਜੇ ਕਾਂਸਟੈਂਟ ਇੱਧਰ ਹੋਊਗਾ। ਫਿਰ ਤਾਂ 1 ਅਪੋਨ ਪਾਉਣਾ ਹੁੰਦਾ ਜੀ, ਜੇ ਕਾਂਸਟੈਂਟ ਦੂਜੇ ਪਾਸੇ ਆ ਇਕੁਅਲ ਟੂ 0 ਨਹੀਂ ਹੈਗਾ ਤਾਂ -1 ਅਪੋਨ ਪਾਉਣਾ ਹੁੰਦਾ। ਇੱਥੇ ਕੋਈ ਦੁਬਾਰਾ ਦੱਸ ਦਵਾਂ ਕਿ -K ਕਿਉਂ ਪਾਉਣਾ ਹੁੰਦਾ। ਆਪਾਂ ਜਿਹੜਾ 10th ਕਲਾਸ 'ਚ ਆਪਾਂ ਕ੍ਰਾਸ ਮਲਟੀਪਲੀਕੇਸ਼ਨ ਮੈਥਡ ਕੀਤਾ ਉਹ 'ਚ ਮਾਈਨਸ ਨਹੀਂ ਹੁੰਦਾ ਸੀਗਾ, ਫਿਰ ਇੱਥੇ ਮਾਈਨਸ ਕਿਉਂ ਪਾ ਰਿਹਾ, ਚੇਂਜ ਕਿਉਂ ਕਰੀ ਜਾਂਦਾ ਆਪਾਂ ਆਪਣੇ ਵੱਲੋਂ, ਕਿਉਂਕਿ ਆਪਾਂ 10th ਵਾਂਗੂ ਹੀ ਲਾ ਰਹੇ, 10th ਨਾਲ ਥੋੜਾ ਫਰਕ ਰੱਖ ਰਹੇ ਹਾਂ। ਉਹ ਕੀ ਫਰਕ ਰੱਖ ਰਹੇ ਹਾਂ ਦੇਖੋ, 10th ਵਿੱਚ ਤੇ ਹੁੰਦਾ ਸੀ 2312, ਪਹਿਲਾਂ ਸੈਕਿੰਡ ਜਾਂ ਕ੍ਰਾਸ ਮਲਟੀਪਲੀਕੇਸ਼ਨ ਮੈਥਡ, ਪਹਿਲਾਂ ਸੈਕਿੰਡ ਪਾਉਣੀ ਆ, ਮੈਂ ਨੀਚੇ ਪਾ ਰਿਹਾ, ਪਹਿਲਾਂ ਸੈਕਿੰਡ ਪਾਉਣੀ ਆ, ਫਿਰ ਥਰਡ ਪਾਉਣੀ ਆ 23 2 3 1, ਫਿਰ ਪਹਿਲੀ ਪਾਉਣੀ, ਫਿਰ ਦੂਜੀ ਪਾਉਣੀ, ਇਦਾਂ ਪਾਉਂਦੇ ਸੀ ਆਪਾਂ। ਇਹ 2312 ਮੈਥਡ ਆ, ਇਹ ਮੈਂ ਰਫ 'ਚ ਲਿਖ ਰਿਹਾ। ਆਪਾਂ ਇਦਾਂ ਨਹੀਂ ਕਰ ਰਹੇ, ਆਪਾਂ ਇਹ ਚੀਜ਼ ਨਹੀਂ ਕਰ ਰਹੇ ਹੈਗੇ, ਆਪਾਂ ਕਰ ਰਹੇ ਹੈਗੇ ਆ ਕਿ ਇੱਥੋਂ ਡਾਇਰੈਕਟ ਆਂਸਰ ਕੱਢੀਏ। ਡਾਇਰੈਕਟ ਆਂਸਰ ਕੱਢਣ ਕਰਕੇ ਆਪਾਂ ਇਹਨੂੰ ਕਹਿ ਰਹੇ ਕਿ ਸੌਖਾ ਮੈਥਡ। ਜੇ ਇਹ ਚੀਜ਼ ਆਪਾਂ ਲਿਖਣੀ ਆ ਫਿਰ ਤਾਂ ਕੰਮ ਬਹੁਤ ਲੰਬਾ ਹੋ ਜਾਏਗਾ। ਤਾਂ ਡਾਇਰੈਕਟ ਕਿਵੇਂ ਕੱਢ ਰਹੇ ਆਪਾਂ, h ਲੁਕੋ ਲਿਆ, h ਵਾਸਤੇ ਇਹ ਮਲਟੀਪਲਾਈ ਕੀਤਾ -6 ਮਾਈਨਸ +3, -6 +3, ਇਹ ਸਹੀ ਹੈ, ਮੈਚ ਕਰ ਰਿਹਾ। -6 +3 ਇਹਨਾਂ ਜੋ 2312 ਮੈਥਡ ਹੈ ਉਹਨਾਂ ਮੈਚ ਕਰ ਰਹੀ ਹੈ, ਠੀਕ ਹੈ। ਜੇ K ਲਕੋਈਏ ਆਪਾਂ ਤਾਂ ਕਿੰਨਾ ਆਊਗਾ, -3 + 6 ਆਪਣੇ ਅਕੋਰਡਿੰਗ, -3 + 6 ਆਪਣੇ ਅਕੋਰਡਿੰਗ ਇਹ ਆਏਗਾ। ਪਰ ਇੱਥੇ ਕੁਝ ਹੋਰ ਆ ਰਿਹਾ, ਇੱਥੇ ਕੀ ਆਈ ਜਾਂਦਾ ਜੀ, ਇੱਥੇ ਆ ਰਿਹਾ -6 + 3, ਜਦ ਕਿ ਸਹੀ ਮੈਥਡ ਤਾਂ ਸੀ, ਕ੍ਰਾਸ ਮਲਟੀਪਲੀਕੇਸ਼ਨ ਸਹੀ ਮੈਥਡ ਆ। ਪਰ ਆਪਾਂ ਇਹ ਡਾਇਰੈਕਟ ਕਰਨ ਦੀ ਕੋਸ਼ਿਸ਼ ਕਰਾਂਗੇ, ਲੁਕੋ ਕੇ ਕਰ ਲਓ, ਇਦਾਂ ਡਾਇਰੈਕਟ ਕਰ ਰਹੇ ਹੈਗੇ, ਫਿਰ ਉਹ ਤਾਂ ਇਹ 'ਚ ਐਪਲੀਕੇਬਲ ਨਹੀਂ ਹੋਇਆ। ਇਹਦਾ ਗਲਤ ਹੈ ਆਂਸਰ। ਕੀ ਫਰਕ ਪੈ ਰਿਹਾ, ਬਸ ਨੈਗੇਟਿਵ ਫਰਕ ਪੈ ਰਿਹਾ। ਜੇ ਇਹਨੂੰ ਆਪਾਂ ਮਾਈਨਸ ਨਾਲ ਮਲਟੀਪਲਾਈ ਕਰ ਲਈਏ ਇਸ ਚੀਜ਼ ਨੂੰ, ਫਿਰ 6 ਨੈਗੇਟਿਵ ਹੋ ਜਾਏਗਾ, 3 ਪੋਜ਼ਿਟਿਵ, ਫਿਰ ਤਾਂ ਆਂਸਰ ਮੈਚ ਕਰ ਜਾਏਗਾ ਨਾ।
ਤਾਂ ਆਪਾਂ ਆਪਣੇ ਮੈਥਡ ਜਿਹੜਾ ਇੱਥੋਂ ਮੈਥਡ ਬਣਾ ਰਹੇ ਹਾਂ ਉਹ 2312 ਨਾਲ ਮੈਚ ਕਰਾਉਣ ਵਾਸਤੇ ਉੱਪਰ ਮਾਈਨਸ ਐਕਸਟਰਾ ਪਾਇਆ ਆਪਣੇ ਵਾਸਤੇ ਕਿ ਜੋ ਆਪਾਂ ਡਾਇਰੈਕਟ ਤਰੀਕਾ ਬਣਾਇਆ ਹੈਗਾ ਉਹ 2312 ਨਾਲ ਮੈਚ ਕਰਦੇ। ਜੋ ਕਾਂਸਟੈਂਟ ਦੇਖਦੇ ਹਾਂ, ਕਾਂਸਟੈਂਟ ਵਾਸਤੇ ਕਾਂਸਟੈਂਟ ਕੋਲ ਹੈ ਕਿੰਨਾ ਹੋਊਗਾ 1 - 2 4, ਇਹ ਵੀ 1 - 4, ਮਤਲਬ ਪਹਿਲਾ ਤੇ ਅਖੀਰਲਾ ਤਾਂ ਆਪਣਾ ਮੈਚ ਕਰ ਰਿਹਾ 2312 ਨਾਲ। ਸੈਂਟਰ 'ਚ ਪ੍ਰੋਬਲਮ ਸੀ, ਉਹਨੂੰ ਦੂਰ ਕਰਨ ਵਾਸਤੇ ਮਾਈਨਸ ਪਾਇਆ ਤਾਂ ਜੋ ਆਪਣਾ ਕੰਮ ਇੱਥੋਂ ਦੇਖ ਕੇ ਬਿਨਾਂ ਲਿਖੇ ਆਪਣਾ ਕੰਮ ਹੋ ਜਾਏ। ਇਹ ਗੱਲਾਂ ਸਾਰੇ ਧਿਆਨ ਰੱਖਣੇ ਕਿ ਹਰੇਕ ਮੈਥਡ ਦਾ ਕੋਈ ਨਾ ਕੋਈ ਰੀਜ਼ਨ ਤਾਂ ਹੁੰਦਾ ਹੈਗਾ, ਇਹ ਨਹੀਂ ਹੈ ਕਿ ਆਪਾਂ ਸਿੱਧੇ ਬਸ ਸੋਲਵ ਕਰੀ ਜਾਓ। ਰੀਜ਼ਨ ਵੀ ਦੇਖਣਾ ਆਪਾਂ ਕਿ ਇਹ ਚੀਜ਼ ਕਿਉਂ ਪਾਈ ਹੈ ਕਿਉਂ ਨਹੀਂ ਪਾਈ ਆਪਾਂ ਨੇ, ਫਿਰ ਪ੍ਰੋਪਰ ਇੰਟਰਸਟ ਬਣੇਗਾ ਜੀ। ਚਲੋ ਇਸ ਤੋਂ ਬਾਅਦ ਮੈਂ ਸਾਈਡ ਤੇ ਪਾ ਰਿਹਾ, ਇਸ ਤੋਂ ਬਾਅਦ ਲਿਖ ਲਿਓ ਜੈਥੀ ਪਾਣਾ ਦਿਸ ਇੰਪਲਾਈਜ਼, ਇਹਨੂੰ ਕਰ ਲਓ ਸੋਲਵ ਜੀ। h ਵੀ 1 ਆ ਜਾਏਗਾ ਅਤੇ k ਵੀ 1 ਆ ਜਾਏਗਾ, ਇਹ ਦੋਨੇ ਨਿਕਲ ਗਏ। ਇਸ ਤੋਂ ਬਾਅਦ ਇਹਦਾ ਵੈਸੇ ਹੀ ਕੱਢੀਆਂ ਵੈਲਿਊ h ਕੀ ਇਹਦੀਆਂ ਲਾਸਟ ਲੋਡ ਪੈਣੀ ਹੈ ਆਪਾਂ ਨੂੰ। ਚਲੋ ਆਪਾਂ 0 ਪੁੱਟ ਕਰਤਾ ਸੀਗਾ ਤਾਂ ਨੰਬਰਿੰਗ 1 ਲਿਖਾਂਗੇ ਇਸ ਤੋਂ ਬਾਅਦ। Therefore 1 becomes 1 आ जाएगा अपना कैपिटल dy बाय कैपिटल x, x प्लस 2y ਤੇ 2x प्लस y। ਹੁਣ ਦੇਖੋ ਹੋਮੋਜੀਨਸ ਬਣ ਗਈ, ਉੱਪਰ ਪਾਵਰ 1 ਨੀਚੇ ਪਾਵਰ 1 1 ਤੇ ਆਪਸ ਚ ਪਾਵਰ ਸੇਮ। ਇਹਨੂੰ ਪੁੱਟ ਕਰਾਂਗੇ ਉਵੇਂ ਸਾਰਾ, ਮਤਲਬ ਕਿ ਪਹਿਲਾਂ ਹੋਮੋਜੀਨਸ ਨਹੀਂ ਸੀਗੀ, ਰਿਡਿਊਸ ਕਰਕੇ ਪੁਟਿੰਗ ਕਰਕੇ ਫਿਰ ਹੋਮੋਜੀਨਸ ਬਣੀ ਆ, ਤਾਂ ਇਹਨੂੰ ਕਹਾਂਗੇ ਆਪਾਂ ਰਿਡਿਊਸੀਬਲ ਟੂ ਹੋਮੋਜੀਨਸ। ਤਾਂ ਪੁੱਟ ਕੀਤਾ ਆਪਾਂ ਉਵੇਂ y = vx ਹੁੰਦਾ ਜੀ। y ਧਿਆਨ ਰੱਖਣਾ ਕੈਪੀਟਲ Y ਤੇ ਕੈਪੀਟਲ X ਧਿਆਨ ਨਾਲ ਪਾਉਣੇ ਨੇ ਜੀ। v + x dv by capital X dx। therefore ਕੀ ਬਣ ਗਿਆ v + x dv by dx is equals to, ਇਹ ਚੋਂ ਮੈਂ ਸਿੱਧਾ x ਕੈਂਸਲ ਕਰ ਰਿਹਾ ਜੀ, 1 + 2v 2 + ਤਾਂ ਇੱਥੋਂ ਆਪਣਾ x dv by dx ਆ ਗਿਆ 1 + 2v upon 2 + v minus v। ਇਹਨੂੰ ਕਰ ਲਓ ਕਿੰਨਾ ਹੋਊਗਾ 1 + 2v minus 2v minus v² upon 2 + v। ਇਹ ਕੱਟ ਗਿਆ ਜੀ। ਸਿੱਧੇ ਵੇਰੀਏਬਲ ਸੈਪਰੇਟ ਕਰ ਲਏ ਤੇ ਇੰਟੀਗ੍ਰੇਸ਼ਨ ਕਰਤੀ ਜੀ, ਉਹ ਆ ਗਿਆ 2 + v upon 1 minus v² dv, ਇੰਟੀਗ੍ਰੇਸ਼ਨ ਕਰਤੀ ਸਿੰਪਲਾਈਜ਼ ਕਰਕੇ ਤੇ ਇਹ ਆ ਗਿਆ dx upon x। ਹੁਣ ਇੱਥੇ ਦੋ ਤਰੀਕੇ ਨੇ, ਜਾਂ ਪਾਰਸ਼ਲ ਫ੍ਰੈਕਸ਼ਨ ਲਗਾ ਲਓ ਜਾਂ ਸੈਪਰੇਟ ਕਰਕੇ ਅਲੱਗ-ਅਲੱਗ ਫਾਰਮੂਲੇ ਯੂਜ਼ ਕਰ ਲਾਂਗੇ, ਜਿਸ ਤਰ੍ਹਾਂ ਮਰਜ਼ੀ ਕਰ ਲਓ, ਇਹ ਆਪਣੀ ਮਰਜ਼ੀ ਹੈ। ਇੱਕ ਥੋੜੀ ਗਲਤੀ ਇੱਥੇ 1 ਆਊਗਾ, ਨਹੀਂ 2 ਹੀ ਆਊਗਾ, ਠੀਕ ਹੈ। ਹੁਣ ਅੱਗੇ ਦੇਖੋ ਕਿਵੇਂ, ਹੁਣ ਇਹ ਸੋਲਵ ਕਰਨਾ ਆਪਾਂ ਨੇ। ਇਹ ਤਾਂ ਠੀਕ ਹੈ ਜੀ, 2 ਵੀ ਆਏਗਾ ਮਾਈਨਸ v² ਆਏਗਾ, ਤੇ ਬਾਕੀ ਤਾਂ ਠੀਕ ਹੈ ਸਰ। ਇਹਦੇ ਵਿੱਚ ਆਪਣੇ ਕੋਲ ਆ ਗਿਆ 2 upon 1 minus v² dv, ਇਹ ਆ ਗਿਆ v upon 1 minus v² dv, ਇਹ ਆ ਗਿਆ log mod x। c ਆਪਾਂ ਬਾਅਦ ਚੋਂ ਇਕੱਠਾ ਪਾ ਲਾਂਗੇ ਇੰਟੀਗ੍ਰੇਸ਼ਨ ਕਰਨ ਤੋਂ ਬਾਅਦ। ਹੁਣ ਇਹਦਾ ਆਪਾਂ ਨੇ ਇੰਟੀਗ੍ਰੇਸ਼ਨ ਕਰਨੀ ਆ, ਇਹ 2 ਬਾਹਰ ਨਿਕਲ 1 upon a² minus x², ਇਹ ਹੁੰਦਾ 1 upon 2a log mod a plus x upon a minus x। ਇਹਦਾ ਵੀ ਆਪਾਂ ਸਿੱਧਾ ਸ਼ਾਰਟਕਟ ਮਾਰ ਲੈਣੇ ਆਪਾਂ, ਇਹ ਨੈਗੇਟਿਵ ਬਣਾ ਲਿਆ ਉੱਪਰ, -1/2 log 1 minus v² log 1 minus v² log mod x। ਇਹ ਆ ਜਾਏਗਾ ਆਪਣਾ। तो बाकी तो आप सॉल्व ही करना इस तो बाद। ये 2 बन गई, ये बन गया log 1 plus v upon 1 minus v का mod,
ਹੁਣ ਇਹ ਧਿਆन ਚ आ गया होवे ए पहला रूट बनेगा, वन माइनस वी स्केयर आ गया, रूट आ नैगेटिव वास्ते नीचे आ जाएगा लॉ की प्रॉपर्टी का, लॉग एम माइनस लॉग एम अपॉन एन होगा जी। इनू आप लॉग मॉड एक्स, फिर इंटीग्रेशन होगी जी, इत्थे भी प्लस सी पा लो नाल, फिर आपने लॉग 1 प्लस वी अपॉन 1 माइनस वी अंडर 1 माइनस वी स्केयर आ गया, ये लॉ इकट्ठा कर लिया। ਹੁਣ ਇੱਥੇ ਕਈ ਬੱਚਿਆਂ ਨੇ ਗਲਤੀ ਕੀਤੀ ਹੋਈ ਆ ਕਿ log ਕੈਂਸਲ ਕਰਤੇ, ਤਾਂ ਇਦਾਂ log ਕੈਂਸਲ ਨਹੀਂ ਹੁੰਦੇ, ਇਦਾਂ log ਕੈਂਸਲ ਨਹੀਂ ਹੁੰਦੇ। ਜੇ ਇਦਾਂ log ਕੈਂਸਲ ਹੁੰਦੇ ਨੇ ਤਾਂ ਕੋਈ ਬੱਚਾ ਸੋਚੇ ਜਾਂ ਦੱਸੇ ਕਿ log x upon log y ਹੈ, ਇਹ ਕੱਟ ਕੇ ਆਪਾਂ x upon y ਲਿਖ ਸਕਦੇ ਹਾਂ, ਜਾਂ sin a बटा sin b है, इनू कट के आप a upon b लिख सकते, नहीं लिख सकते। क्यों? क्योंकि एस आई एन ये अलग नहीं हैगा, एस आई एन एक फंक्शन है, इदा कह लो एस आई एन साइन ए ये सारा इको चीज है, कले एस आई एन का मीनिंग कुछ नहीं हैगा। जिवें सिंपल एग्जांपल लवां मैं, जिवें एक साइन ए बटा कॉस ए हो गए, तुसीं सोचो ध्यान नाल, इन्हूं इदां लिख सकते हैं, ए नाल ए कटता, एस नाल एस कटता, ए बन गया इन बटा को, इदां लिख सकते हैं। जे नहीं लिख सकते हैगे, एक आ क्वेश्चन देखो, ए बी सी बटा बी सी डी, आ क्वेश्चन आ बी ना बी कट गया, सी ना सी कट गया, ए अपॉन डी, इदां लिख सकते, ए लिख सकते हैं आपां। जे ए लिख सकते हैं आपां, जे ए आपां लिख सकते हैं ए अपॉन डी वाला, ए अपॉन ਇਹਦੇ ਵਿੱਚ ਆਪਾਂ ਕਟਿੰਗ ਕਰ ਸਕਦੇ ਹੈਗੇ, ਜੇ ਚ ਆਪਾਂ ਕਟਿੰਗ ਕਰ ਸਕਦੇ ਹੈਗੇ ਆ ਤਾਂ ਇਹਦੇ ਚ ਕਟਿੰਗ ਕਿਉਂ ਨਹੀਂ ਕਰ ਸਕਦੇ ਹੈਗੇ? ਪਹਿਲਾ ਰੀਜ਼ਨ ਇਹ ਹੈ ਕਿ ਇਹ ਚ ਕਟਿੰਗ ਤਾਂ ਕਰ ਸਕਦੇ ਬੀ ਅਲੱਗ ਆ, ਸੀ ਅਲੱਗ ਆ, ਬੀ ਅਲੱਗ ਆ, ਸੀ ਅਲੱਗ ਅਲੱਗ ਕਟਿੰਗ ਕਰ ਸਕਦੇ ਹਾਂ। ਇਹਦੇ ਵਿੱਚ ਐਸ ਆਈ ਐਨ ਏ ਇਹ ਟਰਮਾਂ ਚਾਰ ਨਹੀਂ ਹੈਗੀਆਂ ਕਿ ਐਸ ਅਲੱਗ ਆ, ਏ ਆਈ ਅਲੱਗ ਆ, ਐਨ ਏ ਅਲੱਗ, ਇਹ ਸਾਰੇ ਇੱਕੋ ਟਰਮ ਹੋਣ ਕਰਕੇ, ਇਹ ਸਾਰੇ ਟਰਮ ਇੱਕੋ ਹੋਣ ਕਰਕੇ ਇਹ ਇੱਕੋ ਆ, ਸਾਰੀ ਅਲੱਗ-ਅਲੱਗ ਨਹੀਂ ਹੈਗੀ, ਤਾਂ ਇਹਨੂੰ ਇਦਾਂ ਕੈਂਸਲ ਨਹੀਂ ਕਰ ਸਕਦੇ। ਤਾਂ ਹੀ ਐਲ ਓ ਜੀ ਇਹ ਟਰਮ ਅਲੱਗ ਨਹੀਂ ਹੁੰਦੀ ਹੈਗੀ, ਐਲ ਓ ਜੀ ਐਕਸ ਇਹ ਟਰਮ ਇੱਕ ਹੁੰਦੀ ਹੈ, ਜੇ ਇੱਕ ਹੁੰਦੀ ਹੈ, ਜੇ ਤਾਂ ਇਹ ਅਲੱਗ ਹੋਏ ਫਿਰ ਤਾਂ ਕੈਂਸਲ ਕਰਦੀ ਹੈ, ਇਹ ਅਲੱਗ ਨਹੀਂ ਹੁੰਦੀ ਟਰਮ, ਇਹਨੂੰ ਫੰਕਸ਼ਨ ਕਹਿੰਦੇ ਆ ਆਪਾਂ, ਜੇ ਧਿਆਨ ਚ ਹੋਵੇ। ਅਦਰਵਾਈਜ਼ ਤੁਹਾਨੂੰ ਫਾਈਨਲੀ ਇਹਦੇ ਵਿੱਚ ਇੱਥੇ ਆਊਗਾ ਦੁਬਾਰਾ ਫੰਕਸ਼ਨ, ਅਸੀਂ +1 ਦਾ ਕੰਸੈਪਟ ਆ, ਫੰਕਸ਼ਨ ਕੈਂਸਲ ਨਹੀਂ ਹੁੰਦੇ ਕਦੇ ਵੀ। ਤਾਂ ਇਹ ਇੱਕ ਟਰਮ ਹੁੰਦੀ ਫਿਰ ਤਾਂ ਕੈਂਸਲ ਕਰਦਾ ਹੈ, ਠੀਕ ਆ, ਇਹ ਟਰਮ ਨਹੀਂ ਹੈਗੀ ਜੀ, ਇਹ ਇੱਕ ਫੰਕਸ਼ਨ ਆਏ ਕਹ ਲਓ ਕਿ log ਦਾ ਇਕੱਲੇ ਦਾ ਮੀਨਿੰਗ ਕੋਈ ਨਹੀਂ ਹੈ, log ਆਫ ਦਿਸ ਇਹ ਸਾਰੀ ਟਰਮ ਇੱਕੋ ਕਹਾਂਗੇ, ਇਹ ਟਰਮ ਇੱਕ, ਜੇ ਟਰਮਾਂ ਅਲੱਗ-ਅਲੱਗ ਹੁੰਦੀਆਂ ਫਿਰ ਕੈਂਸਲ ਕਰਦਾ, ਫਿਰ ਠੀਕ, ਇਹ ਟਰਮ ਸਾਰੀ ਇੱਕੋ ਆ, ਇਸ ਕਰਕੇ ਕੈਂਸਲ ਨਹੀਂ ਹੋਊ। ਫਿਰ ਕੀ ਕਰਨਾ ਹੁੰਦਾ, ਫਿਰ ਐਂਟੀ log ਲੈਣਾ ਹੁੰਦਾ ਆਪਾਂ ਨੇ, ਅੱਗੇ ਲੈਣਾ ਹੁੰਦਾ ਆਪਾਂ ਐਂਟੀ log ऑन बोथ साइड, दोनों पासे एंटी लॉग लिया, जो एंटी लॉग लिया तो 1 प्लस वी फिर लॉग कैंसिल हो जाएगा, लॉग एंटी लॉग के लॉग आपस कैंसिल हो जाएगा। ये गल्लां निकली गल्लां ध्यान रखनियां ने, ਉਹੀ है काफ़ी गल्लां जे ध्यान नाल पढ़ोगे तो तुहाडे पिछले काफ़ी कंसैप्ट जिहड़े हैगे ने ਉਹ इस क्लास ਦੇ इस BSc च कंसैप्ट थोड़े क्लीयर होणगे जी, जे ध्यान नाल पढ़ोगे। जे ध्यान नाल नहीं पढ़ोगे थोड़े जो पहला गलतियां सी ਉਹੀ गलतियां रिपीट करी जाओगे। इत्थे मॉड सीगा जी, हुण कई बच्चे की करते हैं मॉड पा देंदे ने, मॉड छड्ड देंदे ने, ये मॉड इदां कोई फालतू नहीं है, कदे पाता कदे छड्डता, कदे पाता कदे छड्डता, इदां नहीं हुंदा हुंदा। मॉड दा अपना मीनिंग आ, मॉड दा काम पॉजिटिव करना हुंदा। हुण एक 2 होर आ इत्थे, मतलब -2 दा मॉड होर चीज़ आ, 2 दा होर -2 ਇਹ ਮੋਡ ਚ ਪਾਇਆ ਬਗੈਰ ਮੋਡ ਚ ਪਾਇਆ, ਇਹਨਾਂ ਫਰਕ ਨਹੀਂ ਹੈ, ਪਰ ਐ ਥੋੜੀ ਕਿਤੇ ਪਾਤਾ ਕਿਤੇ ਛੱਡਤਾ ਆਪਾਂ ਨੂੰ। ਤਾਂ ਸਟੈਪ ਧਿਆਨ ਨਾਲ ਪਾਉਣੇ ਸਾਰੇ, ਕੱਲਾ ਕੱਲਾ ਸਟੈਪ ਸਮਝਣਾ ਕਿ ਸਟੈਪ ਕਿਵੇਂ ਕਿਵੇਂ ਕਿਉਂ ਆਇਆ। ਹੁਣ ਇਸ ਵਾਰ ਸਕੇਲਿੰਗ ਕਰ ਰਿਹਾ ਮੈਂ ਜੀ, रूट आ रहा ਤਾਂ ਕਰਕੇ, तो स्केलिंग बोथ साइड ਕੀਤੀ ਇਸ ਤੋਂ ਬਾਅਦ
1 प्लस v अपॉन 1 माइनस v अंडर रूट ऑफ 1 माइनस v स्केयर, ਇਹਦਾ ਮੋਡ ਦਾ ਸਕੇਅਰ ਪਾਤਾ, ਇਹਦਾ ਸਕੇਅਰ ਆ ਗਿਆ, ਇਹਦਾ ਸਕੇਅਰ ਆ ਗਿਆ। ਹੁਣ ਦੇਖੋ ਨਾਓ, ਜੇ ਮੋਡ ਦਾ ਸਕੇਅਰ ਹੋਵੇ, ਮੋਡ ਦਾ ਸਕੇਅਰ ਹੋਵੇ ਤਾਂ ਆਪਾਂ ਸਕੇਅਰ ਛੱਡ ਸਕਦੇ ਹਾਂ। ਹੁਣ ਇਹ ਕਨਸੈਪਟ ਸਮਝਣੇ ਨੇ ਕਿ ਕਿਉਂ ਕਰ ਰਹੇ ਹਾਂ, ਕਿਵੇਂ ਇਹਦਾ ਮੋਡ ਦਾ ਸਕੇਅਰ ਕੀਤਾ, ਛੱਡ ਕੇ ਦਿੱਤਾ ਮੋਡ ਆਪਾਂ ਨੇ। ਹੁਣੇ ਤਾਂ ਆਪਾਂ ਕਹਿ ਰਹੇ ਸੀ ਕਿ ਮੋਡ ਦੀ ਵੈਲਿਊ ਹੁੰਦੀ ਹੈ, ਮੋਡ ਦਾ ਕੋਈ ਫਾਇਦਾ ਹੁੰਦਾ, ਫਿਰ ਐਂ ਕਿਵੇਂ ਛੱਡਤਾ ਆਪਾਂ ਨੇ। ਤਾਂ ਸਮਝ ਕੇ ਕੰਮ ਚਲਾਉਣਾ ਕਿ ਮੋਡ ਦਾ ਮਕਸਦ ਕੀ ਹੁੰਦਾ, ਮੋਡ ਦਾ ਕੰਮ ਕੀ ਹੁੰਦਾ। ਮੋਡ ਦਾ ਕੰਮ ਹੁੰਦਾ ਪੋਜ਼ਿਟਿਵ ਕਰਨਾ। ਗੌਰ ਨਾਲ ਦੇਖੋ ਇਹਦੇ ਵਿੱਚ ਕੀ ਹੋ ਰਿਹਾ, ਪਹਿਲਾਂ ਮੋਡ ਨੇ ਪੋਜ਼ਿਟਿਵ ਕੀਤਾ, ਫਿਰ ਸਕੇਅਰ ਨੇ ਸਕੇਅਰ ਕਰਤਾ, ਉਹਦਾ ਕਿੰਨਾ ਆ ਗਿਆ ਆਂਸਰ 4 ਆ ਗਿਆ। ਇੱਥੇ ਇਸ ਕੇਸ 'ਚ ਜੇ ਮੋਡ ਛੱਡਦੀ ਆਪਾਂ, ਇਸ ਕੇਸ ਸਕੇਅਰ ਕਰਨਾ, ਸਕੇਅਰ ਕੀਤਾ ਕਿੰਨਾ ਆ ਗਿਆ, ਸਿੱਧਾ 4 ਆ ਗਿਆ ਆਂਸਰ। ਗੌਰ ਨਾਲ ਦੇਖੋ ਸਕੇਅਰ ਦੇ ਦੋ ਕੰਮ ਹੁੰਦੇ ਨੇ, ਇੱਕ ਤਾਂ ਸਕੇਅਰ ਕਰਨਾ ਹੁੰਦਾ ਉਹਨੇ, ਇੱਕ ਪੋਜ਼ਿਟਿਵ ਵੀ ਤਾਂ ਕਰਨਾ ਹੁੰਦਾ, ਨੈਗੇਟਿਵ ਪੋਜ਼ਿਟਿਵ ਕਰਨਾ ਹੁੰਦਾ। ਤਾਂ ਸਕੇਅਰ ਜਿਹੜਾ ਹੈਗਾ ਉਹ ਪੋਜ਼ਿਟਿਵ ਆਟੋਮੈਟਿਕਲੀ ਕਰ ਦੂਗਾ। ਜੇ ਆਟੋਮੈਟਿਕਲੀ ਪੋਜ਼ਿਟਿਵ ਕਰ ਦੂਗਾ ਤਾਂ ਉਰੇ ਕੀ ਕਰ ਰਹੇ ਹਾਂ ਆਪਾਂ, ਮੋਡ ਪਹਿਲਾਂ ਪੋਜ਼ਿਟਿਵ ਕਰ ਰਹੇ, ਫਿਰ ਬਾਅਦ ਚ ਸਕੇਅਰਿੰਗ ਕਰ ਰਹੇ। ਤੇ ਸਕੇਅਰਿੰਗ ਜੋ ਹੈਗੀ ਆ ਉਹ ਮੋਡ ਦਾ ਕੰਮ ਵਿੱਚ ਕਰ ਨਹੀਂ ਰਿਹਾ ਹੈਗਾ, ਸਕੇਅਰ ਨਾਲ ਨਾਲ ਪੋਜ਼ਿਟਿਵ ਵੀ ਤਾਂ ਕਰ ਰਿਹਾ। ਜੇ ਸਕੇਅਰ ਮੋਡ ਦਾ ਕੰਮ ਕਰ ਰਿਹਾ ਹੈਗਾ ਤਾਂ ਆਪਾਂ ਉਰੇ ਕਹਿ ਸਕਦੇ ਕਿ ਇਹ ਮੋਡ ਐਕਸਟਰਾ ਹੋ ਗਿਆ। ਐਕਸਟਰਾ ਕਿਉਂ ਹੋ ਗਿਆ, ਬਿਕੋਜ਼ ਮੋਡ ਦਾ ਕੰਮ ਪੋਜ਼ਿਟਿਵ ਕਰਨਾ ਹੈ, ਸਕੇਅਰਿੰਗ ਪੋਜ਼ਿਟਿਵ ਕਰਤਾ ਦੇਗਾ, ਫਿਰ ਮੋਡ ਲੋਡ ਨਹੀਂ ਪਾਉਣ ਦੀ। ਮੋਡ ਪਾਓ ਚਾਹੇ ਨਾ ਪਾਓ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਕੇਅਰਿੰਗ ਨੇ ਮੋਡ ਪੋਜ਼ਿਟਿਵ ਕਰ ਦੇਣਾ। ਹਾਂ ਜੇ ਕਿਊਬ ਹੁੰਦਾ ਫੇਰ ਮੋਡ ਛੱਡ ਦੇ, ਫਿਰ ਗਲਤ। ਕਿਊਬਿੰਗ ਜੋ ਹੈ ਉਹ ਪੋਜ਼ਿਟਿਵ ਨਹੀਂ ਕਰਦੀ ਹੈਗੀ, ਉਹ ਨੈਗੇਟਿਵ ਦਾ ਆਂਸਰ ਨੈਗੇਟਿਵ ਵਿੱਚ ਹੀ ਦਊਗੀ। ਜਦ ਕਿ ਉਰੇ ਕੀ ਆ, ਪਹਿਲਾਂ ਪੋਜ਼ਿਟਿਵ ਕੀਤਾ ਫਿਰ ਕਿਊਬ ਕੀਤਾ ਉਹਨੇ, ਪਰ ਕਿਊਬਿੰਗ ਨੈਗੇਟਿਵ ਨੂੰ ਪੋਜ਼ਿਟਿਵ ਨਹੀਂ ਕਰੂਗੀ, ਇਸ ਕਰਕੇ ਇਹ ਕਿਊਬ ਜੋ ਹੈ ਮੋਡ ਦਾ ਕੰਮ ਨਹੀਂ ਕਰ ਰਿਹਾ। ਤਾਂ ਇਹ ਹੋਰ ਚੀਜ਼ ਹੈ, ਇਹ ਹੋਰ ਚੀਜ਼ ਹੈ, ਪਰ ਸਕੇਅਰਿੰਗ ਮੋਡ ਦਾ ਕੰਮ ਕਰ ਰਿਹਾ ਹੈਗਾ, ਇਸ ਕਰਕੇ ਆਪਾਂ ਸਕੇਅਰ ਵਾਸਤੇ ਮੋਡ ਛੱਡ ਸਕਦੇ ਹਾਂ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਹੈ, ਇਹ ਕਹੋਗੇ ਕਨਸੈਪਟ ਜਿਹੜਾ ਹੈ ਕਿਵੇਂ ਆ, ਇਹ ਸਾਰੇ +1 ਦੇ ਕਨਸੈਪਟ ਨੇ। ਉੱਥੇ ਆਪਾਂ ਫਟਾਫਟ ਨਿਗਾਹ ਆਨੇ ਕਨਸੈਪਟ, ਇਸ ਕਰਕੇ ਇਹ ਗੱਲਾਂ ਸਾਰੀਆਂ ਹੁਣ ਧਿਆਨ ਰੱਖਣੀਆਂ। ਪਿਛਲੇ ਕਨਸੈਪਟ ਇਹਦੇ ਵਿੱਚ ਕਾਫੀ ਆਉਣਗੇ, ਉਹ ਤੁਹਾਡੀ ਜ਼ਿੰਮੇਵਾਰੀ ਹੈਗੀ ਹੈ ਕਿ ਤੁਸੀਂ ਕਿਵੇਂ ਯਾਦ ਰੱਖਣੇ ਨੇ। ਤਾਂ ਹੁਣ ਸਕੇਅਰ ਵਾਸਤੇ ਮੋਡ ਛੱਡਤਾ ਆਪਾਂ ਨੇ, ਤਾਂ ਜੋ ਛੱਡਿਆ ਇਹਦਾ ਸਕੇਅਰ ਅਲੱਗ ਹੋ ਗਿਆ, ਮੋਡ ਨਹੀਂ ਪਾਇਆ, ਛੱਡਤਾ। ਦੇਖੋ ਇੱਥੇ ਗਲਤੀ ਹੋ ਗਈ, ਉੱਪਰ ਪਲੱਸ ਸੀਗਾ ਜੀ, ਇਹਦਾ ਸਕੇਅਰ ਅਲੱਗ ਕਰਤਾ, ਇਹਦਾ ਰੂਟ ਕੈਂਸਲ ਹੋ ਗਿਆ ਜੀ, ਇਹ ਵੀ ਬਿਕੋਜ਼ ਮੋਡ ਦਾ ਸਕੇਅਰ ਛੱਡ ਸਕਦੇ। ਉਵੇਂ ਹੁਣ y ਦੀ ਵੈਲਿਊ ਕਿੰਨੀ ਹੋਊਗੀ, ਕੈਪੀਟਲ X y ਚ ਕਨਵਰਟ ਕੀਤਾ, v ਕਿੰਨਾ ਸੌਰੀ y ਅਪੋਨ x, ਤਾਂ ਇਹ ਬਣ ਜਾਏਗਾ x ਪਲੱਸ y ਦਾ ਸਕੇਅਰ ਬਟਾ x ਮਾਈਨਸ y ਦਾ, ਇਹਨੂੰ ਲਿਖ ਹੀ ਲਈਏ ਪ੍ਰੋਪਰ, ਨੀਚੇ x ਸਕੇਅਰ ਵੀ ਆਊਗਾ। ਮੈਂ ਥੋੜਾ ਸਟੈਪ ਸ਼ਾਰਟਕਟ ਮਾਰੇ ਨੇ, ਨੀਚੇ x ਸਕੇਅਰ ਆਊਗਾ ਜੀ, ਇਹਦੇ ਵਿੱਚ x ਸਕੇਅਰ ਮਾਈਨਸ y ਸਕੇਅਰ ਬਟਾ x ਸਕੇਅਰ। ਇੱਥੇ x ਬੜਾ ਸੀਗਾ ਜੀ, ਇਹਨੂੰ k ਮੰਨ ਲਿਆ, ਵੇਅਰ c ਸਕੇਅਰ ਇਕੁਅਲ ਟੂ k। ਇਹ ਦੇਖ ਲਓ ਕਿੰਨਾ ਹੋਊਗਾ, x ਘਟ ਗਿਆ, ਇਹ x के ऊपर जाऊगा, इधर भी x करे पिया, ये भी कट गया आपस। ਇਹ ਬਚ ਗਿਆ ਆਪਣੇ ਕੋਲ x ਪਲੱਸ y ਦਾ ਹੋਲ ਸਕੇਅਰ ਬਟਾ x ਮਾਈਨਸ y ਦਾ ਹੋਲ ਸਕੇਅਰ। ਗੌਰ ਨਾਲ ਦੇਖੋ, a ਸਕੇਅਰ ਮਾਈਨਸ b ਸਕੇਅਰ ਫੈਕਟਰ ਬਣਨਗੇ ਇੱਥੇ, x ਮਾਈਨਸ y, x ਪਲੱਸ y ਇਕੁਅਲਸ ਟੂ k। ਇਹ ਟਰਮ ਕੱਟ ਗਈ, ਇਹ ਬਣ ਗਿਆ x ਪਲੱਸ y ਇਕੁਅਲ ਟੂ k, x ਮਾਈਨਸ y ਦਾ ਸਕੇਅਰ। ਇਹ ਕੈਪੀਟਲ K ਪਾਇਆ ਜੀ, ਪਿੱਛੇ ਸਮਾਲ k ਲਿਆ ਸੀ ਆਪਾਂ ਨੇ। ਹੁਣ ਦੇਖੋ ਧਿਆਨ ਨਾਲ, ਨਾਓ ਇਹਨੂੰ ਆਪਾਂ ਨੰਬਰ 2 ਪਾ ਕੇ ਛੱਡ ਲਓ।
ਹੁਣ कैपिटल एक्स वाई ਨੂੰ ਸਮਾਲ ਚ ਕਨਵਰਟ ਕਰਨਾ ਹੈਗਾ। ਜਿਹੜਾ ਸਮਾਲ x ਸੀਗਾ ਉਹ कैपिटल x प्लस h ਕੱਢਿਆ ਸੀ 1, ਤਾਂ ਇੱਥੋਂ कैपिटल x ਦੀ ਵੈਲਿਊ ਕਿੰਨੀ ਆ ਗਈ x - 1, ਅਤੇ ਸਮਾਲ y ਕੀ ਸੀ y ਪਲਸ ਸਮਾਲ k, ਇਹ y ਪਲਸ ਇਹ 1 ਕੱਢਿਆ ਸੀ, ਇੱਥੋਂ कैपिटल y ਦੀ ਕਿੰਨੀ ਆ ਗਈ y - 1। ਹੁਣ ਇਹ ਦੋਨੇ ਵੈਲਿਊ ਚੱਕ ਕੇ ਚ ਭਰਨੀ ਆ। therefore 2 becomes ये 2 बन गया जी अपना x - 1 y - 1 इक्वल टू k x - 1 माइनस y - 1 का क्यूब। ये कट गया जी, इतों कितना आ गया x प्लस y - 2 k x - y का क्यूब। जो भी आ गया वो अपना आंसर, बस ये सॉल्व करना। आप ये सब टाइप ਲਈ ਸੀ ਆਪਾਂ सेकंड, ਹੁਣ सब टाइप फस्ट नाल का केस करना जी अपन। सब टाइप फस्ट हैगी अपनी, उन्हें नाल का क्वेश्चन करवा रहे हैं एक, वो देख लो। ये विच 5वां क्वेश्चन है जी। टू एक्स प्लस वाई प्लस 1 dx 4x प्लस 2y माइनस 1 dy इक्वल टू 0। ये उदी पहला आप dy बाय dx कढ़ांगे जी, उधर ले जाएंगे फिर इधर ले आवांगे जी। ये आ जाऊगा अपने को माइनस ऑफ 2x माइनस y माइनस 1 बटा 4x 2y माइनस 1, उधर ले आके नीचे लिया। देखो ध्यान हेयर a1 अपॉन a2 इज इक्वल्स टू b1 अपॉन b2। ये बराबर ने, देखो भी माइनस हाफ देगा आंसर, भी माइनस हाफ। तो इच करना की है अपन जे इक्वल आ जाए, इच पुटिंग नहीं करनी हैगी। तो ए वाली टाइप जो है ये रिड्यूसिबल टू वेरिएबल सेपरेबल चली जाएगी। रिड्यूसिबल टू वेरिएबल सेपरेबल मतलब किवें dy बाय dx इज इक्वल टू, ਇਹਦੇ ਵਿੱਚੋਂ ਤਰੀਕਾ ਕੀ ਆ, ਓਪਨ 'ਚ ਸੇਮ ਟਰਮ ਬਣਾਉਣੀ ਹੈ। ਜੇ ਧਿਆਨ 'ਚ ਰਿਡਿਊਸਿਬਲ ਟੂ ਵੇਰੀਏਬਲ ਸੈਪਰੇਬਲ ਕਿਵੇਂ ਸੀ, ਉਹਦੇ 'ਚ ਜਿਵੇਂ ਸਾਰੇ ਕਿਤੇ x + y ਹੁੰਦਾ ਸੀਗਾ, ਜਿਵੇਂ ਸਾਈਨ ਲੈ ਲਿਆ ਆਪਾਂ ਨੇ, ਇੱਥੇ ਵੀ cos ਹੈਗਾ, ਸੇਮ ਚੀਜ਼ ਹੁੰਦੀ ਸਾਰੇ ਵਿੱਚ। ਉਹ ਸੇਮ ਚੀਜ਼ ਨੂੰ ਆਪਾਂ ਸੇਮ ਵੈਲਿਊ ਨੂੰ ਆਪਾਂ ਟੀ ਪੁੱਟ ਕਰਦੇ ਸੀ। ਹੁਣ ਸੇਮ ਬਣਾਉਣੀ ਹੈ ਓਪਨ ਨੀਚੇ, ਤਾਂ ਜਿੱਥੇ ਬਰਾਬਰ ਹੋਊਗਾ ਉੱਥੇ ਕਾਮਨ ਨਿਕਲ ਕੇ ਓਪਨ ਨੀਚੇ ਸੇਮ ਬਣੇਗਾ। ਸੇਮ ਕਿਵੇਂ, ਚੋਂ ਮਾਈਨਸ ਕਾਮਨ ਕੱਢ ਲਓ ਜੀ, ਇਹਦੇ ਚੋਂ 2 ਕਾਮਨ ਕੱਢ ਲਓ, ਤਾਂ ਪੁੱਟ ਕਰ ਲਿਆ, ਸੇਮ ਬਣ ਗਿਆ। ਸੇਮ ਕਰਨ ਤੋਂ ਬਾਅਦ ਫਿਰ ਉਹਨੂੰ ਉਵੇਂ ਹੀ ਪਹਿਲਾਂ ਵਾਂਗੂ ਜਿਵੇਂ ਰਿਡਿਊਸਿਬਲ ਟੂ ਵੇਰੀਏਬਲ ਸੈਪਰੇਬਲ ਹੁੰਦਾ, ਉਹਨੂੰ ਟੀ ਪੁੱਟ ਕਰ ਲਓ। therefore 2 plus dy by dx equal to dt by dx, ਤਾਂ dy by dx ਕੀ ਬਣ ਗਿਆ dt ਬਟਾ dx ਮਾਈਨਸ 2। ਇਹ 'ਚ ਵੈਲਿਊ ਭਰਤੀ, ਇਹ 'ਚ ਵੈਲਿਊ ਭਰੀ ਆਪਾਂ ਨੇ। therefore dt by dx माइनस 2 इक्वल्स टू, ਇਹ 'ਚ ਵੈਲਿਊ ਭਰਤੀ -t -1 2t -1, 2 ਲੈ ਗਏ ਉਹਦੇ ਚੱਕ ਕੇ। ਬਾਕੀ ਸਾਰਾ ਪੁਰਾਣਾ ਕੁਐਸਚਨ ਹੈ ਜੀ। ਇੱਥੋਂ ਆ ਗਿਆ dt by dx is equals to -t -1 2t -1 plus 2, ਇਹ ਬਣ ਗਿਆ -t -1 plus 4t -t upon 2t। therefore dt by dx कितना आ गया अपने को 3t -3 बटा 2t -1। वेरिएबल सेपरेबल कर लिया आप, 2t -1 3 कॉमन कर लिया, t -1 ना इंटीग्रेशन करते जी आप, dt इज इक्वल टू dx। ਇਹ 'ਚੋਂ 3 ਬਾਹਰ ਕੱਢ ਲਿਆ, ਉੱਪਰ ਨੀਚੇ ਪਾਵਰ ਸੇਮ ਹੋਵੇ ਜਾਂ ਉੱਪਰ ਬਾਰ ਵੱਡੀ ਹੋਵੇ ਤਾਂ ਡਿਵਾਈਡ ਕਰਨਾ ਹੁੰਦਾ।
ये डिवाइड कर लो 2t माइनस 1 t माइनस 1 1 2t माइनस 2 ये कट गया 1 ये लिखांगे आप कोशेंट प्लस रिमाइंडर अपॉन डिवाइजर इतने 2 आना सी सॉरी कोशेंट प्लस रिमाइंडर अपॉन डिवाइजर ये x आ जाएगा 1/3 ये आ गया 2t log mod of t माइनस 1 जो इंटीग्रेशन सारी होगी फिर c पा लो पहले बाद चो पहला भी c पास रहे गलत नहीं है ये अपनी मर्जी ये अपनी चॉइस है जी उस तो बाद फिर टी की वैल्यू भर देंगे जी बाकी सारा वही काम 3 उधर ले जाओ टी वैल्यू भरी अपने ये किन्नी है 2x प्लस वाई log mod of 2x plus y minus 1 equal to 3x plus 3c ਨੂੰ ਨਵਾਂ ਕਾਂਸਟੈਂਟ ਮੰਨ ਲਓ ਦੇਖ ਲਓ ਕਿੰਨਾ ਹੋਗਾ और 4x आएगा 3x हो जाएगा माइनस हो जाएगा ये x plus 2y plus log mod of 2x plus y minus 1 equal to a where 3c ਨੂੰ ਆਪਾਂ a ਮੰਨ ਲਿਆ ਤੇ ਜਿਹੜਾ ਮਰਜੀ ਕਾਂਸਟੈਂਟ ਇਸ ਤਰ੍ਹਾਂ ਮਰਜੀ ਮੰਨ ਸਕਦੇ ਹਾਂ ਬਸ ਜੋ ਆ ਗਿਆ ਉਹ ਆਪਣਾ ਆਨਸਰ ਹੈ ਇਹ ਦੋ ਟਾਈਪਾਂ ਨੇ ਜਿਹਦੇ ਵਿੱਚ ਸਬ ਟਾਈਪਾਂ ਦੋ ਨੇ ਇਹ ਕੁਐਸਚਨ ਟਰਾਈ ਕਰ ਲਿਓ ਕੋਈ ਪ੍ਰੋਬਲਮ ਹੋਈ ਤਾਂ ਪ੍ਰੋਬਲਮ ਪੁੱਛ ਲਿਓ ਜੀ ਥੈਂਕ ਯੂ